लोग वध चढ़ के ਜਿਹੜੇ ਹੈਗੇ ਸਟੋਰਾਂ 'ਚ ਆ ਰਹੇ ਨੇ, ਬਲਕ ਬਾਇੰਗ ਕਰ ਰਹੇ ਨੇ, ਹੋਰਡਿੰਗ ਹੋ ਰਹੀ ਹੈ। ਹਾਲਾਂਕਿ ਜਿਹੜੇ ਸਟੋਰ ਵੇਚ ਰਹੇ ਨੇ ਰਾਈਸ, ਨॉन ਬਾਸਮਤੀ ਵਾਈਟ ਰਾਈਸ ਜਿਨ੍ਹਾਂ ਕੋਲ ਸਟਾਕ ਪਿਆ, ਉਹ ਕੋਸ਼ਿਸ਼ ਕਰ ਰਹੇ ਆ ਵੀ ਇੱਕ ਬੰਦੇ ਨੂੰ ਇੱਕ ਥੈਲੀ ਹੀ ਦਿੱਤੀ ਜਾਵੇ, ਇੱਕ ਬੋਰੀ ਹੀ ਦਿੱਤੀ ਜਾਵੇ। ਪਰ ਜਦੋਂ ਇੱਕ ਪਰਿਵਾਰ ਦੇ 5 ਜੀ ਆ ਜਾਣ, 6 ਜੀ ਆ ਜਾਣ ਤਾਂ ਫਿਰ ਉਹ ਕੱਲਾ ਕੱਲਾ ਕਰਕੇ ਲੈ ਜਾਂਦਾ। ਤਾਂ ਉਹ ਜਿਹੜਾ ਇੱਕ ਬੰਦਿਸ਼ ਲਾਈ ਗਈ ਹੈ ਜਾਂ ਉਹਨਾਂ ਨੇ ਇੱਕ ਰੂਲ ਸੈਟਅਪ ਕੀਤਾ ਹੋਇਆ, ਉਹਦਾ ਕੋਈ ਫਾਇਦਾ ਨਹੀਂ ਹੋ ਪਾ ਰਿਹਾ। ਹੁਣ ਸਰਕਾਰ ਅਫੋਰਡ ਨਹੀਂ ਕਰ ਸਕਦੀ ਕਿ 2024 ਦੀਆਂ ਇਲੈਕਸ਼ਨ ਵੀ ਸਿਰ ਤੇ ਨੇ। ਉਹੀ ਗੱਲ ਹੈ ਬਿਲਕੁਲ, ਕਿਉਂਕਿ ਮੋਦੀ ਸਰਕਾਰ ਨੂੰ ਇਹੀ ਹੈ ਵੀ ਜੇ ਇਹਦੇ ਵੀ ਰੇਟ ਵੱਧ ਗਏ ਜਾਂ ਇਹਦੀ ਸਪਲਾਈ 'ਚ ਕਮੀ ਆ ਗਈ ਤਾਂ ਉਹਨਾਂ ਦਾ ਪੋਲੀਟੀਕਲ ਰੈਪਰਕਸ਼ਨ ਬਹੁਤ ਜ਼ਿਆਦਾ ਮਾੜਾ ਹੋਊਗਾ, ਵਿਰੋਧੀਆਂ ਨੂੰ ਮੌਕਾ ਮਿਲ ਜੂਗਾ। ਹਾਲ ਹੀ ਵਿੱਚ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਹੈ ਵੀ ਤਾਂ ਮੇਰੀ ਸਰਕਾਰ ਹੈ ਜਿਹੜੀ ਮਹਿੰਗਾਈ ਨੂੰ ਕਰਟੇਲ ਕਰ ਪਾ ਰਹੀ ਹੈ। ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਟਮਾਟਰ ਦੀਆਂ ਕੀਮਤਾਂ 300-400 ਪਰ ਕਿਲੋ ਹੁੰਦੀਆਂ। ਜਦੋਂ ਕਿਸੇ ਚੀਜ਼ ਦੀ ਸਪਲਾਈ ਘਟਦੀ ਹੈ ਤਾਂ ਉਸਦੀ ਡਿਮਾਂਡ ਵੱਧਦੀ ਹੈ। ਇਹ ਫਾਰਮੂਲਾ ਤਾਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, ਪਰ ਇਹ ਫਾਰਮੂਲਾ ਇੱਕ ਨਵਾਂ ਬਣ ਗਿਆ ਕਿ ਜਦੋਂ ਕਿਸੇ ਚੀਜ਼ ਦੀ ਸਪਲਾਈ ਘਟਦੀ ਹੈ ਤੇ ਡਿਮਾਂਡ ਵੱਧਦੀ ਹੈ ਤੇ ਉਸ ਦੇ ਨਾਲ ਪੈਨਿਕ ਵੀ ਵੱਧਦਾ ਹੈ। ਪੈਨਿਕ ਵਧਿਆ ਹੋਇਆ ਹੈ ਅੱਜ ਕੱਲ੍ਹ ਕੈਨੇਡਾ, US ਸਣੇ ਹੋਰ ਵਿਦੇਸ਼ੀ ਮੁਲਕਾਂ ਦੇ ਵਿੱਚ, ਜਿੱਥੇ ਭਾਰਤ ਦਾ ਨॉन ਬਾਸਮਤੀ ਚੌਲ ਆਉਣਾ ਘੱਟ ਹੋ ਗਿਆ ਕਿਉਂਕਿ ਇਸ ਦਾ ਕਾਰਨ ਹੈ ਭਾਰਤ ਵੱਲੋਂ ਗੈਰ ਬਾਸਮਤੀ ਚੌਲਾਂ ਦੀ ਐਕਸਪੋਰਟ ਤੇ ਬੈਨ ਲਗਾ ਦਿੱਤਾ ਗਿਆ। ਹਾਲਾਂਕਿ ਬੈਨ 20 ਜੁਲਾਈ ਤੋਂ ਭਾਰਤ ਨੇ ਐਲਾਨ ਕੀਤਾ ਤੇ ਉਸ ਤੋਂ ਬਾਅਦ ਜੋ ਹਾਲ ਹੈ ਕਿ ਹੁਣ ਤੁਹਾਨੂੰ ਸਟੋਰਸ ਤੇ ਵੈਸੇ ਤਾਂ ਨॉन ਬਾਸਮਤੀ ਚਾਵਲ ਨਜ਼ਰ ਨਹੀਂ ਆਉਣਗੇ ਤੇ ਜੇਕਰ ਆਉਣਗੇ ਤਾਂ ਇੱਕ ਅਨਾਰ 100 ਬਿਮਾਰ ਵਾਲੀ ਉੱਥੇ ਕਹਾਣੀ ਜਿਹੜੀ ਹੈ, ਕਹਾਵਤ ਫਿੱਟ ਬੈਠਦੀ ਹੈ ਕਿਉਂਕਿ ਸਟੋਰਾਂ ਦੇ ਬਾਹਰ ਲੰਬਾ ਲਾਈਨਅਪ ਲੱਗਾ ਹੋਇਆ ਹੈ ਤੇ ਇਸ ਦੇ ਨਾਲ ਨਾਲ ਲੋਕਾਂ ਦੇ ਵਿੱਚ ਪੈਨਿਕ ਹੈ ਕਿ ਸ਼ਾਇਦ ਸਾਨੂੰ ਗੈਰ ਬਾਸਮਤੀ ਚਾਵਲ ਕਦੇ ਮਿਲੇਗਾ ਹੀ ਨਹੀਂ। ਖੈਰ, ਇਹ ਬੈਨ परमानेंट बैन नहीं है, पर फॉर द टाइम बिंग भारत दे वल्लों कुछ कारणा करके ये बैन लगाया गया है। पंजाबी लिंक देख रहे सारे दर्शकों का बहुत बहुत स्वागत है। मैं अमृत वर्दी ते अज इस पेशकश दे विच गलबात करांगे ਭਾਰਤ ਦੇ ਗੈਰ ਬਾਸਮਤੀ ਚੌਲਾਂ ਦੇ ਐਕਸਪੋਰਟ ਤੇ ਬੈਨ ਕਰਨ ਦੇ ਤੇ ਉਸ ਦੇ ਜਿਹੜੇ ਨਤੀਜੇ ਸਾਹਮਣੇ ਆ ਰਹੇ ਨੇ। ਲੋਕਾਂ ਦੇ ਵਿੱਚ ਪੈਨਿਕ ਦਾ ਮਾਹੌਲ ਹੈ, ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ। ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਸ਼ੁਭਕਰਮਨ ਸਿੰਘ ਧਾਲੀਵਾਲ ਹਾਜ਼ਰ ਨੇ। ਸ਼ੁਭਕਰਮਨ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਅਮ੍ਰਿਤ। ਤਾਂ ਸ਼ੁਭਕਰਮਨ, ਸਭ ਤੋਂ ਪਹਿਲਾਂ ਤਾਂ ਤੁਸੀਂ ਖੁਦ ਸਟੋਰਾਂ ਤੇ ਜਾ ਕੇ ਆਏ ਸੀ, ਅਸੀਂ ਇਹ ਜਾਨਣਾ ਚਾਹਾਂਗੇ ਕਿ ਗਰਾਊਂਡ ਰਿਐਲਿਟੀ ਕੀ ਹੈ। ਕੀ ਸਿਰਫ ਇਹ ਖਬਰਾਂ ਤੱਕ ਸੀਮਤ ਹੈ ਜਾਂ ਐਕਚੁਅਲ ਦੇ ਵਿੱਚ ਪੈਨਿਕ ਹੋ ਚੁੱਕਾ ਹੈ? ਐਕਚੁਅਲ ਦੇ ਵਿੱਚ ਹਫੜਾ ਤਫੜੀ ਮੱਚੀ ਹੋਈ ਹੈ ਲੋਕਾਂ ਦੇ ਵਿੱਚ ਤੇ ਲੋਕ ਵੱਧ ਚੜ ਕੇ ਜਿਹੜੇ ਹੈਗੇ ਸਟੋਰਾਂ 'ਚ ਆ ਰਹੇ ਨੇ, ਬਲਕ ਬਾਇੰਗ ਕਰ ਰਹੇ ਨੇ, ਹੋਰਡਿੰਗ ਹੋ ਰਹੀ ਹੈ। ਹਾਲਾਂਕਿ ਜਿਹੜੇ ਸਟੋਰ ਵੇਚ ਰਹੇ ਨੇ ਰਾਈਸ, ਨॉन ਬਾਸਮਤੀ ਵਾਈਟ ਰਾਈਸ ਜਿਨ੍ਹਾਂ ਕੋਲ ਸਟਾਕ ਪਿਆ, ਉਹ ਕੋਸ਼ਿਸ਼ ਕਰ ਰਹੇ ਆ ਵੀ ਇੱਕ ਬੰਦੇ ਨੂੰ ਇੱਕ ਥੈਲੀ ਹੀ ਦਿੱਤੀ ਜਾਵੇ, ਇੱਕ ਬੋਰੀ ਹੀ ਦਿੱਤੀ ਜਾਵੇ। ਪਰ ਜਦੋਂ ਇੱਕ ਪਰਿਵਾਰ ਦੇ 5 ਜੀ ਆ ਜਾਣ, 6 ਜੀ ਆ ਜਾਣ ਤਾਂ ਫਿਰ ਉਹ ਕੱਲਾ ਕੱਲਾ ਕਰਕੇ ਲੈ ਜਾਂਦਾ। ਤਾਂ ਉਹ ਜਿਹੜਾ ਇੱਕ ਬੰਦਿਸ਼ ਲਾਈ ਗਈ ਹੈ ਜਾਂ ਉਹਨਾਂ ਨੇ ਇੱਕ ਰੂਲ ਸੈਟਅਪ ਕੀਤਾ ਹੋਇਆ, ਉਹਦਾ ਕੋਈ ਫਾਇਦਾ ਨਹੀਂ ਹੋ ਪਾ ਰਿਹਾ। ਤੇ ਐਟ ਦ ਸੇਮ ਟਾਈਮ ਕਿਉਂਕਿ ਆਪਾਂ ਜੇ ਕੈਲਗਰੀ ਦੀ ਗੱਲ ਕਰ ਲਈਏ ਜਾਂ ਇੱਥੇ ਲੋਕਲ ਗੱਲ ਕਰ ਲਈਏ, ਜਿਹੜੀ ਨॉन ਬਾਸਮਤੀ ਵਾਈਟ ਰਾਈਸ ਉਹ ਜ਼ਿਆਦਾਤਰ ਗੁਜਰਾਤੀ ਕਮਿਊਨਿਟੀ, ਸਾਊਥ ਇੰਡੀਅਨ ਕਮਿਊਨਿਟੀ ਬਹੁਤ ਜ਼ਿਆਦਾ ਖਾਂਦੀ ਹੈ। ਮੁੰਬਈ ਤੋਂ ਲੋਕ ਬਹੁਤ ਜ਼ਿਆਦਾ ਖਾਂਦੇ ਨੇ। ਤਾਂ ਉਹਨਾਂ ਦੇ ਇੱਥੇ ਰੈਸਟੋਰੈਂਟਸ ਵੀ ਹੈਗੇ ਨੇ, ਉਹਨਾਂ ਦੇ ਇੱਥੇ ਫੂਡ ਚੇਨਸ ਹੈਗੀਆਂ ਨੇਗੀਆਂ ਜਿਹੜੀਆਂ ਡੇ ਟੂ ਡੇ ਬੇਸਿਸ ਆਪਣੇ ਕਸਟਮਰ ਨੂੰ ਕੇਟਰ ਕਰਦੀਆਂ। ਤਾਂ ਉਹ ਜਿਹੜੇ ਹੈਗੇ ਨੇ ਰੈਸਟੋਰੈਂਟਸ ਵਾਲੇ, ਉਹਨਾਂ ਨੂੰ ਆਪਣਾ ਲੌਂਗ ਟਰਮ ਫਿਊਚਰ ਦੇਖਦੇ ਹੋਏ, ਆਪਣਾ ਬਿਜ਼ਨਸ ਨੂੰ ਦੇਖਦੇ ਹੋਏ ਉਹਨਾਂ ਨੇ ਵੀ ਬਲਕ ਬਾਇੰਗ ਬਹੁਤ ਜ਼ਿਆਦਾ ਕੀਤੀ ਹੈ। ਹੋਰ ਉਹਨਾਂ ਨੇ ਵੀ ਰੱਖੀ ਹੈ ਆਪਣੇ ਕੋਲੇ ਵੀ ਤਾਂ ਕਿ ਸਾਡੇ ਕੋਲੇ ਸਟਾਕ ਰਵੇ, ਕਿਉਂਕਿ ਇੱਥੇ ਹਰ ਚੀਜ਼ ਬੰਨੀ ਹੋਈ ਆਪਾਂ ਜਿਵੇਂ ਕਿ ਸਾਰੇ ਜਾਣਦੇ ਲੀਜ਼ ਦੇਣੀ ਹੈ, ਖਰਚੇ ਬਹੁਤ ਜ਼ਿਆਦਾ ਨੇ। ਤੇ ਬਾਈ ਚਾਂਸ ਉਧਰੋਂ ਰਾਈਸ ਘਟ ਗਿਆ, ਉਧਰੋਂ ਤੁਹਾਡੇ ਕੋਲੋਂ ਜਿਹੜੇ ਡਿਸ਼ਿਜ਼ ਹੈਗੀਆਂ ਉਹ ਸਰਵ ਨਾ ਕੀਤੀਆਂ ਗਈਆਂ ਤਾਂ ਕਸਟਮਰ ਆਪਣੇ ਆਪ ਟੁੱਟ ਜਾਣਾ ਹੈ। ਜੇ ਇੱਕ ਵਾਰ ਕਸਟਮਰ ਜੋੜਨਾ ਬਹੁਤ ਔਖਾ ਹੁੰਦਾ ਤੇ ਫਿਰ ਉਸਨੂੰ ਵਾਪਸ ਲੈ ਕੇ ਆਉਣਾ ਉਹ ਆਪਣੇ ਆਪ ਬਹੁਤ ਵੱਡਾ ਟਾਸਕ ਹੈ। ਤਾਂ ਹਾਲਾਂਕਿ ਜਿੰਨੀ ਅਸੀਂ ਗੱਲ ਕੀਤੀ ਹੈ ਡਿਸਟਰੀਬਿਊਟਰਾਂ ਨਾਲ ਜਾਂ ਸਟੋਰਾਂ ਨਾਲ, ਉਹਨਾਂ ਨੇ ਕਿਹਾ ਵੀ ਹਜੇ ਇੱਕ ਸਟਾਕ ਆ ਰਿਹਾ, ਉਹ 6 ਤੋਂ 7 ਮਹੀਨੇ ਤੱਕ ਲਾਸਟ ਕਰੂਗਾ। ਬਟ ਅੰਮ੍ਰਿਤ, ਇੱਕ ਸਵਾਲ ਹੋਰ ਹੈ, ਕਿਉਂਕਿ ਜਦੋਂ ਦੀ ਅਨਾਊਂਸਮੈਂਟ ਹੋਈ ਹੈ, ਚਾਹੇ ਉਹ BC ਹੋਵੇ, ਓਨਟਾਰੀਓ ਹੋਵੇ, ਐਲਬਰਟਾ ਹੋਵੇ, ਤਾਂ ਲੋਕਾਂ ਨੇ ਸਟਾਕ ਜਿਹੜਾ ਇਹੀ ਮਨਸ਼ਾ ਨਾਲ ਸਟੋਰ ਜਾ ਰਹੇ ਵੀ ਅਸੀਂ ਵੱਧ ਤੋਂ ਵੱਧ ਲੈ ਕੇ ਆਉਣਾ, ਤੇ ਉਹ ਮੁੱਕ ਗਿਆ। ਆਮ ਤੌਰ ਤੇ ਜਿਹੜੇ ਸਟੋਰ ਵਾਲੇ ਹੁੰਦੇ ਆ ਉਹਨਾਂ ਕੋਲ ਕਈ ਵਾਰ ਸਟਾਕ ਬਚ ਜਾਂਦਾ ਤਾਂ ਡਿਸਟਰੀਬਿਊਟਰਾਂ ਨੂੰ ਕਹਿ ਦਿੰਦੇ ਅਸੀਂ ਐਤਕੀ ਘੱਟ ਚੱਕਾਂਗੇ। ਪਰ ਹੁਣ ਜਿਸ ਤਰ੍ਹਾਂ ਦੀ ਡਿਮਾਂਡ ਵੱਧ ਗਈ ਹੈ ਤਾਂ ਹਰ ਸਟੋਰ ਕਹੂਗਾ ਮੈਨੂੰ ਵੱਧ ਤੋਂ ਵੱਧ ਦਿਓ। ਹੁਣ ਉਸ ਦੇ ਚੱਲਦਿਆਂ ਹੋਇਆਂ, ਇਸ ਰੁਝਾਨ ਦੇ ਚੱਲਦਿਆਂ ਕਿਹਦੇ ਹਿੱਸੇ ਕਿੰਨਾ ਕੁ ਆਉਂਦਾ ਉਹ ਵੀ ਇੱਕ ਬਹੁਤ ਵੱਡੀ ਗੱਲ ਬਣ ਜਾਣੀ ਹੈ। ਤੇ ਪਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਕੱਲਾ ਆਪਦੇ ਬਾਰੇ ਨਾ ਸੋਚੋ। ਕੋਵਿਡ 'ਚ ਵੀ ਇਹ ਗੱਲ ਸਾਨੂੰ ਦੇਖਣ ਨੂੰ ਮਿਲੀ ਸੀ, ਕੋਈ ਚੀਜ਼ ਆਉਂਦੀ ਸੀਗੀ ਤਾਂ ਬੰਦਾ ਸਿਰਫ ਆਪਣੇ ਬਾਰੇ ਸੋਚ ਰਿਹਾ ਸੀ। ਉਸਦੇ ਕਰਕੇ ਚੱਕਰ ਇਹ ਹੋਇਆ ਵੀ ਐਟ ਦਾ ਹੋਲ ਸੋਸਾਇਟੀ ਨੂੰ ਬਹੁਤ ਸਫਰ ਕਰਨਾ ਪਿਆ। ਬਹੁਤ ਸਾਰੇ ਲੋਕ ਚੀਜ਼ ਘਰਾਂ ਦੇ ਵਿੱਚ ਪਈ ਵੇਸਟ ਵੀ ਹੋ ਗਈ, ਵੇਸਟ ਵੀ ਹੋਈ, ਬਹੁਤ ਸਾਰੇ ਲੋਕਾਂ ਨੂੰ ਸਫਰ ਕਰਨਾ ਪਿਆ। ਜਿੰਨੀ ਤੁਹਾਡੀ ਰਿਕੁਆਇਰਮੈਂਟ ਹੈ ਓਨੀ ਜ਼ਰੂਰ ਲਓ, ਉਸ ਤੋਂ ਬਾਅਦ ਬਾਕੀਆਂ ਬਾਰੇ ਵੀ ਸੋਚ ਕੇ ਉਹਨਾਂ ਨੂੰ ਵੀ, ਤਾਂ ਕਿ ਉਹਨਾਂ ਨੂੰ ਵੀ ਉਹ ਚੀਜ਼ ਮਿਲ ਸਕੇ, ਉਹ ਵੀ ਉਹ ਚੀਜ਼ ਜੇ ਖਾਂਦੇ ਨੇ ਤਾਂ ਉਹ ਵੀ ਉਸ ਚੀਜ਼ ਨੂੰ ਉਸ ਤੋਂ ਵਾਂਝੇ ਨਾ ਰਹਿਣ। ਬਿਲਕੁਲ। ਤਾਂ ਸਿੱਧੇ ਤੌਰ ਤੇ
ਪਹਿਲਾਂ ਤਾਂ ਇਹ ਗੱਲ ਸਮਝਣ ਵਾਲੀ ਹੈ ਕਿ ਜੇਕਰ ਕੋਈ ਚੀਜ਼ ਤੁਹਾਨੂੰ ਮਾਰਕੀਟ ਦੇ ਵਿੱਚ ਫਿਲਹਾਲ ਨਹੀਂ ਮਿਲ ਰਹੀ, ਦੈਟਸ ਨਾਟ ਦ ਐਂਡ ਆਫ ਦ ਵਰਲਡ ਕਿ ਉਹ ਤੁਹਾਨੂੰ ਕਦੇ ਵੀ ਮਿਲੇਗੀ ਨਹੀਂ। ਸ਼ਿਪਮੈਂਟਸ ਜਿਹੜੀਆਂ ਨਿਕਲ ਚੁੱਕੀਆਂ ਨੇ 20 ਜੁਲਾਈ ਤੋਂ ਪਹਿਲਾਂ ਆਈਆਂ, ਉਸ ਦੌਰਾਨ ਉਹ ਪਹੁੰਚਣਗੀਆਂ, ਉਹਨਾਂ ਨੂੰ ਨਹੀਂ ਰੋਕਿਆ ਜਾਵੇਗਾ। ਪਰ ਉਸ ਤੋਂ ਬਾਅਦ ਭਾਰਤ ਨੇ ਫॉर द ਟਾਈਮ ਬੀਇੰਗ ਜਿਹੜਾ ਹੈ ਉਹ ਐਕਸਪੋਰਟ ਤੇ ਬੈਨ ਕਰ ਦਿੱਤਾ ਹੈ। ਇਹ ਤਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਚੌਲਾਂ ਦਾ ਐਕਸਪੋਰਟ ਕਰਨ ਵਾਲਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਦੇਸ਼ ਹੈ, ਯਾਨੀ ਕਿ 165 ਦੇਸ਼ ਨੇ ਉਹ ਭਾਰਤ ਵੱਲੋਂ ਹੀ ਸਰਵ ਕੀਤੇ ਜਾਂਦੇ ਨੇ। ਭਾਰਤ ਸਭ ਤੋਂ ਵੱਡਾ ਜਿਹੜਾ ਨਿਰਯਾਤ ਕਰਨ ਵਾਲਾ ਦੇਸ਼ ਹੈ। ਤਾਂ ਜ਼ਾਹਿਰ ਜੀ ਗੱਲ ਹੈ ਕਿ ਭਾਰਤ ਦੇ ਲਈ ਵੀ ਇਹ ਫੈਸਲਾ ਲੈਣਾ ਸੌਖਾ ਨਹੀਂ ਸੀ। ਭਾਰਤ ਨੂੰ ਵੀ ਇਸ ਦੇ ਨਾਲ ਨੁਕਸਾਨ ਹੋਵੇਗਾ, ਕਿਉਂਕਿ ਇਸ ਦੇ ਨਾਲ ਸ਼ੁਭਕਰਮਨ ਹੋਰ ਜਿਹੜੀਆਂ ਮਾਰਕੀਟਸ ਹੁੰਦੀਆਂ ਨੇ ਮੌਕਾ ਮਿਲ ਜਾਂਦਾ ਕਿ ਚਲੋ ਅੱਜ ਭਾਰਤ ਦੇ ਕੋਲ ਕੋਈ ਕਮੀ ਸੀ ਤਾਂ ਭਾਰਤ ਨੇ ਇਹ ਫੈਸਲਾ ਲਿਆ। ਹੁਣ ਥਾਈਲੈਂਡ ਅੱਗੇ ਆਵੇਗਾ, ਹੁਣ ਵੀਅਤਨਾਮ ਅੱਗੇ ਆਵੇਗਾ, ਜਿਹੜੇ ਬਾਅਦ ਵਿੱਚ ਇਹ ਸਮਝੇ ਜਾਂਦੇ ਨੇ। ਹੁਣ ਬਲੈਕ ਮਾਰਕੀਟ ਪੈਦਾ ਹੋਵੇਗੀ। ਪਰ ਅਸੀਂ ਉਹ ਵੀ ਥੋੜੀ ਜਿਹੀ ਗੱਲ ਕਰ ਲਈਏ ਕਿ ਭਾਰਤ ਦੇ ਵੱਲੋਂ ਆਖਿਰਕਾਰ ਇਹ ਫੈਸਲਾ ਕਿਉਂ ਲਿਆ ਗਿਆ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਸ ਦੇ ਪਿੱਛੇ ਫਲੱਡ ਇਕੱਲੇ ਰੀਜ਼ਨ ਨੇ, ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਸ ਦੇ ਪਿੱਛੇ ਜਿਹੜੀ ਫਸਲ ਖਰਾਬ ਹੋਈ ਹੈ ਉਹ ਕਾਰਨ ਹੈ, ਕੁਝ ਕਹਿ ਰਹੇ ਨੇ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਹੋਇਆ ਭਾਰਤ ਨੇ ਫੈਸਲਾ ਕੀਤਾ ਕਿ ਲੋਕਲ ਸਪਲਾਈ ਅਸੀਂ ਜ਼ਿਆਦਾ ਕਰਾਂਗੇ। ਦੇਖੋ ਅੰਮ੍ਰਿਤ, ਜੋ ਸਰਕਾਰ ਦੀ ਜੋ ਉੱਥੋਂ ਗੱਲਬਾਤ ਆ ਰਹੀ ਹੈ, ਪਹਿਲਾਂ ਤਾਂ 2 ਸੀਜ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਪੈਡੀ ਹੈ ਜਾਂ ਝੋਨਾ ਹੈ ਉਹਦੀ ਜਿਹੜੀ ਪੈਦਾਵਾਰ ਹੈ ਬਹੁਤ ਘੱਟ ਹੋਈ ਹੈ। ਪਹਿਲਿਆਂ ਦੇ ਸੀਜ਼ਨਾਂ ਦੇ ਮੁਕਾਬਲੇ ਜੇ ਪਿਛਲੇ 2 ਸੀਜ਼ਨ ਦੀ ਗੱਲ ਕਰੀਏ ਤਾਂ ਪੈਦਾਵਾਰ ਬਹੁਤ ਘੱਟ ਹੋਈ ਹੈਗੀ ਹੈ। ਤੇ ਜੇ 1 ਲੱਖ ਮੈਟ੍ਰਿਕ ਟਨ ਪੈਡੀ ਹੁੰਦੀ ਹੈ ਤਾਂ ਉਹਦੇ ਚੋਂ 67,500 ਟਨ ਜਿਹੜੀ ਹੋਊਗੀ ਉਹ ਸੈਂਟਰ ਪੂਲ 'ਚ ਜਾਊਗੀ। ਉਹ ਜਾਣੀ ਹੀ ਜਾਣੀ, ਉਹ ਲਾਜ਼ਮੀ ਗੱਲ ਹੈ। ਤੇ ਜੇ ਪੰਜਾਬ ਹਰਿਆਣਾ ਦੀ ਸਟੇਟ ਦੀ ਗੱਲ ਕਰੀਏ, ਘੱਗਰ ਕਰਕੇ ਜਿਹੜੀ ਸੰਗਰੂਰ ਬੈਲਟ ਹੈ ਜਿੱਥੇ ਕਿ ਨਾਨ ਬਾਸਮਤੀ ਵਾਈਟ ਰਾਈਸ ਉਗਦਾ, ਤੇ ਨਾਲ ਦੂਜੇ ਪਾਸੇ ਹਰਿਆਣੇ ਦੇ ਸਿਰਸੇ ਵਾਲੇ ਪਾਸੇ ਸਿਰਸਾ ਬੈਲਟ ਜਿਹੜੀ ਜਿੱਥੇ ਫਤਿਆਬਾਦ ਹੈਗਾ, ਉੱਥੇ ਚੌਲ ਬਹੁਤ ਉਗਾਏ ਜਾਂਦੇ ਆ। ਤਾਂ ਉਹ ਘੱਗਰ ਕਰਕੇ ਉੱਥੇ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਫਸਲ ਦੀ, ਝੋਨੇ ਦੀ। ਤਾਂ ਇਸ ਕਰਕੇ ਉਹ ਜਿਹੜਾ ਕਰੌਪ ਸੀ ਪੂਰੀ ਤਰ੍ਹਾਂ ਡੈਮੇਜ ਹੋ ਗਿਆ। ਤੇ ਕਿਉਂਕਿ ਨਾਨ ਵਾਈਟ ਜਿਹੜਾ ਰਾਈਸ ਹੈਗਾ, ਜਿਹੜਾ ਨਾਨ ਬਾਸਮਤੀ ਵਾਈਟ ਰਾਈਸ ਹੈਗਾ, ਉਹਦੀ ਜਿਹੜੀ ਕੰਜ਼ੰਪਸ਼ਨ ਹੈ ਪੰਜਾਬ ਜਾਂ ਹਰਿਆਣੇ 'ਚ ਬਹੁਤ ਘੱਟ ਹੈ। 1% ਹੈ ਜਾਂ 2% ਹੈ ਵੱਧ ਤੋਂ ਵੱਧ। ਤੇ ਜ਼ਿਆਦਾਤਰ ਇਹ ਰਾਈਸ ਜਾਂਦਾ ਹੈ ਸਾਊਥ 'ਚ ਜਾਂ ਗੁਜਰਾਤ ਵਾਲੇ ਪਾਸੇ, ਉਧਰ ਵਾਲੀ ਸਟੇਟਾਂ 'ਚ, ਅਰੁਣਾਚਲ ਪ੍ਰਦੇਸ਼ ਵਾਲੇ ਪਾਸੇ। ਤੇਲੰਗਾਨਾ ਸੈਲਫ ਸਫੀਸ਼ੀਐਂਟ ਹੋ ਗਿਆ ਹੈਗਾ ਆਲਮੋਸਟ, ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਨੀ ਕੁ ਉਹਨਾਂ ਦੀ ਉਪਜ ਹੋ ਜਾਂਦੀ ਹੈ। ਬਟ ਗੱਲ ਇਹ ਹੈ ਵੀ ਇਸ ਦਾ, ਕਿਉਂਕਿ ਇੱਕ ਸਟੇਪਲ ਫੂਡ ਹੈ ਰਾਈਸ, ਸਾਰੇ ਨੇਸ਼ਨ 'ਚ ਉਹਦੀ ਕੰਜ਼ੰਪਸ਼ਨ ਹੁੰਦੀ ਹੈ। ਬਹੁਤ ਸਾਰਾ ਗਰੀਬ ਤਬਕੇ ਜਿਹੜੇ ਲੋਕ ਹੈਗੇ ਆ ਉਹ ਇਸ ਦੀ ਕੰਜ਼ੰਪਸ਼ਨ ਕਰਦੇ ਹੈਗੇ ਨੇ। ਜੇ ਬਾਈ ਚਾਂਸ ਸਰਕਾਰ ਨੂੰ ਇਹ ਲੱਗਦਾ ਹੈ ਲੌਂਗ ਟਰਮ ਸੋਚ ਕੇ ਵੀ ਜੇ ਸਾਡੇ ਕੋਲ ਹੀ ਇਸ ਚੀਜ਼ ਦੀ ਸਪਲਾਈ ਨਾ ਰਹੀ, ਅਸੀਂ ਆਪਣੇ ਦੇਸ਼ 'ਚ ਨਾ ਦੇ ਸਕੇ, ਤਾਂ ਇੱਕਦਮ ਇਨਫਲੇਸ਼ਨ ਹੋ ਜਾਊਗੀ, ਮਹਿੰਗਾਈ ਬਹੁਤ ਜ਼ਿਆਦਾ ਹੋ ਜਾਊਗੀ। ਆਲਰੇਡੀ ਟਮਾਟਰ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਾਈ ਨੇਗੀਆਂ, 150 ਕਿਲੋ ਦਾ ਟਮਾਟਰ ਮਿਲ ਰਿਹਾ ਇੰਡੀਆ ਦੇ ਅੰਦਰ। ਤੇ ਹੁਣ ਜੇ ਰਾਈਸ ਵੀ, ਜਿਹੜਾ ਕਿ ਆਮ ਤੋਂ ਲੋਕ ਕੱਲੇ ਰਾਈਸ ਦੇ ਸਿਰ ਤੇ ਵੀ ਜਿਉਂਦੇ ਨੇ, ਹੋਰ ਕੁਝ ਬਹੁਤ ਸਾਰੇ ਸੂਬੇ ਨੇ ਕੱਲਾ ਰਾਈਸ ਹੀ ਖਾਂਦੇ ਨੇ, ਹੋਰ ਕੁਝ ਖਾਂਦੇ ਵੀ ਨਹੀਂ ਹੈਗੇ। ਤਾਂ ਜੇ ਉਹਦੀ ਵੀ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ ਤਾਂ ਸਰਕਾਰ ਨੂੰ ਪੋਲੀਟੀਕਲ ਨੁਕਸਾਨ ਵੀ ਹੋ ਸਕਦਾ ਹੈ। ਅੰਮ੍ਰਿਤ, ਜੇ ਯਾਦ ਹੋਵੇ ਪਿਛਲੀ ਵਾਰ ਜਦੋਂ ਭਾਜਪਾ ਦੀ ਸਰਕਾਰ ਸੀ ਵਾਜਪਾਈ ਵੇਲੇ, ਤਾਂ ਉਦੋਂ ਪਿਆਜ਼ਾਂ ਦੀ ਕੀਮਤ ਇੱਕ ਬਹੁਤ ਵੱਡਾ ਇਲੈਕਸ਼ਨ ਮੁੱਦਾ ਬਣ ਗਿਆ ਸੀ। ਇਸ ਕਰਕੇ ਉਹਨਾਂ ਨੂੰ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਕਹਿੰਦੇ ਸੀਗੇ ਵੀ ਪਿਆਜ਼ਾਂ ਦੀ ਕੀਮਤ ਜਿਹੜੀ ਸੀ ਉਦੋਂ 150-200 ਕਿਲੋਗ੍ਰਾਮ ਹੋ ਗਈਆਂ ਸੀਗੀਆਂ। ਠੀਕ ਹੈ, ਤੇ ਹੁਣ ਸਰਕਾਰ ਅਫੋਰਡ ਨਹੀਂ ਕਰ ਸਕਦੀ ਕਿ 2024 ਦੀਆਂ ਇਲੈਕਸ਼ਨ ਵੀ ਸਿਰ ਤੇ ਨੇ। ਉਹੀ ਗੱਲ ਹੈ ਬਿਲਕੁਲ, ਕਿਉਂਕਿ ਮੋਦੀ ਸਰਕਾਰ ਨੂੰ ਇਹੀ ਹੈ ਵੀ ਜੇ ਇਹਦੇ ਵੀ ਰੇਟ ਵੱਧ ਗਏ ਜਾਂ ਇਹਦੀ ਸਪਲਾਈ 'ਚ ਕਮੀ ਆ ਗਈ ਤਾਂ ਉਹਨਾਂ ਦਾ ਪੋਲੀਟੀਕਲ ਰੈਪਰਕਸ਼ਨ ਬਹੁਤ ਜ਼ਿਆਦਾ ਮਾੜਾ ਹੋਊਗਾ, ਵਿਰੋਧੀਆਂ ਨੂੰ ਮੌਕਾ ਮਿਲ ਜੂਗਾ। ਹਾਲ ਹੀ ਵਿੱਚ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਹੈ ਵੀ ਤਾਂ ਮੇਰੀ ਸਰਕਾਰ ਹੈ ਜਿਹੜੀ ਮਹਿੰਗਾਈ ਨੂੰ ਕਰਟੇਲ ਕਰ ਪਾ ਰਹੀ ਹੈ। ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਟਮਾਟਰ ਦੀਆਂ ਕੀਮਤਾਂ 300-400 ਪਰ ਕਿਲੋ ਹੁੰਦੀਆਂ। ਤਾਂ ਆਪਣੇ ਆਪ 'ਚ ਪੋਲੀਟੀਕਲ ਮੁੱਦਾ ਬਣਨਾ ਹੀ ਬਣਨਾ ਹੈ। ਪਰ ਇਸ ਕਿਉਂਕਿ ਸਬਜ਼ੀਆਂ ਦਾ ਵੀ ਨੁਕਸਾਨ ਹੋਇਆ, ਕੱਲੀ ਫਲੱਡਿੰਗ 'ਚ ਝੋਨੇ ਦਾ ਨੁਕਸਾਨ ਨਹੀਂ ਹੋਇਆ, ਸਬਜ਼ੀਆਂ ਦਾ ਵੀ ਹੋਇਆ। ਸਬਜ਼ੀਆਂ ਦੀ ਵੀ ਕੀਮਤਾਂ ਵਧੀਆਂ ਨੇਗੀਆਂ, ਬਟ ਇਸ ਕਰਕੇ ਕੰਜ਼ਿਊਮਰ ਜਿਹੜਾ ਉਹ ਗੁੱਸਾ ਹੋ ਰਿਹਾ, ਜਾਂ ਕਹਿ ਲਓ ਵੀ ਉਹ ਤੰਗ ਪਰੇਸ਼ਾਨ ਹੋ ਰਿਹਾ, ਉਹ ਆਵਾਜ਼ ਚੱਕ ਰਿਹਾ। ਤੇ ਸਰਕਾਰਾਂ ਜ਼ਿਆਦਾਤਰ ਕੰਜ਼ਿਊਮਰ ਦੀ ਸੁਣ ਰਹੀਆਂ ਨੇ। ਇਹ ਸਾਰੀ ਸਿਚੁਏਸ਼ਨ 'ਚ ਜੇ ਕੋਈ ਬੈਨੀਫਿਸ਼ਰੀ ਹੈ ਤਾਂ ਉਹ ਕਿਸਾਨ ਨੇ। ਕਿਸਾਨਾਂ ਨੂੰ ਆਪਦਾ ਜਿਹੜਾ ਵੱਧ ਮੁੱਲ ਮਿਲ ਰਿਹਾ ਹੈਗਾ ਤਾਂ ਇਸ ਚੀਜ਼ ਦਾ ਉਹਨਾਂ ਨੂੰ ਫਾਇਦਾ ਵੀ ਹੋਵੇਗਾ। ਪਰ ਇਸ ਤੋਂ ਕਿਸਾਨ ਜਿਹੜੇ ਹੈਗੇ ਨੇ, ਇਸ ਤੋਂ ਇਹ ਵੀ ਗੱਲ ਦਾ ਅੰਦਾਜ਼ਾ ਲਾ ਸਕਦਾ ਵੀ ਕਿਸਾਨ ਸਾਡੇ ਵਾਸਤੇ ਕਿੰਨੇ ਜ਼ਰੂਰੀ ਹਨ। ਕਿਉਂਕਿ IMF ਤੱਕ ਨੇ ਵੀ ਅੰਮ੍ਰਿਤ ਇੰਡੀਅਨ ਸਰਕਾਰ ਨੂੰ ਕਿਹਾ ਹੈ ਵੀ ਤੁਸੀਂ ਇਸ ਫੈਸਲੇ ਦੇ ਉੱਤੇ ਫਿਰ ਤੋਂ ਵਿਚਾਰ ਕਰੋ, ਫਿਰ ਤੋਂ ਇਹਨੂੰ ਰੀਵੋਕ ਕਰੋ, ਇਹ ਬੈਨ ਨਾ ਲਾਓ। ਕਿਉਂਕਿ ਆਲਰੇਡੀ ਰਸ਼ੀਆ ਯੂਕਰੇਨ ਵਾਰ ਚੱਲ ਰਿਹਾ, ਉੱਥੇ ਜਿਹੜੀ ਗ੍ਰੇਨਸ ਦੀ ਜਿਹੜੀ ਮਾਰਕੀਟ ਹੈ ਉਹ ਬਹੁਤ ਵੱਡੀ ਇਫੈਕਟ ਹੋਈ ਹੈ। ਉੱਥੇ ਰਾਹੀਂ ਫੂਡ ਨਹੀਂ ਆ ਪਾ ਰਿਹਾ, ਪੈਕਟ ਵੀ ਟੁੱਟ ਰਹੇ ਨੇ। ਦੂਜੇ ਪਾਸੇ ਆਲਰੇਡੀ US ਦੇ ਅੰਦਰ $10 ਕੀਮਤਾਂ ਵੱਧ ਚੁੱਕੀਆਂ ਨੇਗੀਆਂ ਰਾਈਸ ਦੀਆਂ, ਤੇ UK ਵੀ ਪ੍ਰੈਸ਼ਰ ਪਾ ਰਿਹਾ। ਤਾਂ ਇਹਨਾਂ ਦੇਸ਼ਾਂ, ਖਾਸ ਤੌਰ ਤੇ ਵੈਸਟ
ਤੇ ਜਿਹੜੇ ਦੇਸ਼ ਹੈਗੇ ਨੇ ਉਹਨਾਂ 'ਚ ਤਾਂ ਬਹੁਤ ਜ਼ਿਆਦਾ ਰਾਈਸ ਜਿਹੜਾ ਮਹਿੰਗਾ ਹੋਣ ਦੀ ਸੰਭਾਵਨਾ ਹੈਗੀ ਹੈ। ਤਾਂ ਇਸ ਦੇ ਚੱਲਦਿਆਂ IMF ਨੇ ਵੀ ਬੇਨਤੀ ਕੀਤੀ ਹੈ ਵੀ ਤੁਸੀਂ ਇਹਨੂੰ ਫਿਰ ਤੋਂ ਦੇਖੋ, ਪਰ ਗੱਲ ਇੱਥੇ ਖੜੀ ਹੈ ਵੀ ਇੰਡੀਆ ਨੇ ਸਭ ਤੋਂ ਪਹਿਲਾਂ ਆਪਣਾ ਘਰ ਦੇਖਣਾ, ਘਰੇਲੂ ਬਾਜ਼ਾਰ ਦਾ ਸੋਚਿਆ, ਕਿਉਂਕਿ ਘਰੇਲੂ ਬਾਜ਼ਾਰ ਦੇ ਵਿੱਚ ਐਕਚੁਅਲ ਦੇ ਵਿੱਚ ਕੀਮਤਾਂ ਦੇ ਵਿੱਚ ਬੜਾ ਵਾਧਾ ਵੀ ਹੋਇਆ ਹੈ। ਕੁਝ ਅੰਕੜਾ ਜੇ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ ਤੇ ਭਾਰਤ ਨੇ ਦੱਸਿਆ ਹੈ, ਕਹਿੰਦੇ ਕਿ ਸਾਡੇ ਕੋਲ 11.5% ਦਾ ਵਾਧਾ ਹੋਇਆ ਹੈ। ਇਹ ਕਹਿੰਦੇ ਕਿ ਚੌਲ ਦੀ ਪਰਚੂਨ ਕੀਮਤ ਦੇ ਵਿੱਚ ਵੀ ਕਹਿੰਦੇ ਪਿਛਲੇ ਸਾਲਾਂ ਦੇ ਦੌਰਾਨ ਵਾਧਾ ਹੋਇਆ ਹੈ। ਇਸੇ ਕਰਕੇ ਕਹਿੰਦੇ ਕਿ ਅਸੀਂ ਆਪਣੀ ਜਿਹੜੀ ਨਿਰਯਾਤ ਡਿਊਟੀ ਸੀ ਅਸੀਂ ਥੋੜਾ ਜਿਹਾ ਉਹਦੇ ਵਿੱਚ ਵੀ ਵਾਧਾ ਕੀਤਾ ਕਿ ਸ਼ਾਇਦ ਇਸ ਦੇ ਨਾਲ ਵੀ ਥੋੜਾ ਫਰਕ ਪਵੇ, ਬਟ ਕਹਿੰਦੇ ਅਲਟੀਮੇਟਲੀ ਸਾਨੂੰ ਐਕਸਪੋਰਟ ਦੇ ਉੱਪਰ ਬੈਨ ਲਾਉਣਾ ਪਿਆ। ਗੈਰ ਬਾਸਮਤੀ ਚਿੱਟੇ ਚੌਲਾਂ ਦੀ ਬਰਾਮਦ ਜਿਹੜੀ ਹੈ ਉਹ 21-22 ਦੇ ਵਿੱਚ 33.66 ਲੱਖ ਟਨ ਸੀ, ਜਿਹੜੀ 2022-23 ਦੇ ਵਿੱਚ 42.12 ਲੱਖ, ਯਾਨੀ ਕਿ ਸਿੱਧਾ 10 ਲੱਖ ਟਨ ਦਾ ਜਿਹੜਾ ਇਸ ਦੇ ਵਿੱਚ ਵਾਧਾ ਹੋਇਆ ਹੈ। ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਅਸੀਂ ਜੇਕਰ ਆਪਣੀ ਮਾਰਕੀਟ ਵੱਲ ਧਿਆਨ ਨਹੀਂ ਦੇਵਾਂਗੇ, ਉਹ ਕਹਿੰਦੇ ਕਿ ਚਲੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਅਸੀਂ 165 ਦੇਸ਼ਾਂ ਦੇ ਵਿੱਚ ਚਾਵਲ ਜਾ ਰਿਹਾ ਹੈ ਉਹ ਸਾਡਾ ਕੰਮ ਜਾਰੀ ਰਵੇ, ਇਸ ਦੇ ਨਾਲ ਸਾਨੂੰ ਵੀ ਘੱਟ ਹੈ, ਪਰ ਅਲਟੀਮੇਟਲੀ ਕਹਿੰਦੇ ਜਦੋਂ ਸਾਡੇ ਕੋਲ ਕਹਿੰਦੇ ਕਿ ਘਰ ਦੇ ਵਿੱਚ ਹੀ ਸਾਡੇ ਕੋਲ ਕੁਝ ਹੋਵੇਗਾ ਨਹੀਂ ਦੇਣ ਵਾਸਤੇ ਤੇ ਅਸੀਂ ਬਾਹਰ ਨੂੰ ਜਾਵਾਂਗੇ ਤੇ ਜ਼ਾਹਿਰ ਜੀ ਗੱਲ ਹੈ ਕਿ ਲੋਕ ਸਵਾਲ ਤਾਂ ਚੁੱਕਣਗੇ ਹੀ। IMF ਨੇ, ਜਿਵੇਂ ਸ਼ੁਭਕਰਮਨ ਨੇ ਦੱਸਿਆ ਕਿ IMF ਨੇ ਕਿਹਾ ਕਿ ਇਹ ਫੈਸਲਾ ਲੈਣ ਤੋਂ ਪਹਿਲਾਂ ਭਾਰਤ ਨੂੰ ਇੱਕ ਵਾਰ ਫਿਰ ਤੋਂ ਸੋਚ ਲੈਣਾ ਚਾਹੀਦਾ ਹੈ, ਬਟ ਮੈਨੂੰ ਲੱਗਦਾ ਹੈ ਕਿ ਸ਼ੁਭਕਰਮਨ ਭਾਰਤ ਨੇ ਚੰਗੀ ਤਰ੍ਹਾਂ ਹੀ ਸੋਚਿਆ ਹੈ ਤੇ ਉਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਅਸੀਂ ਦੂਜੇ ਪਾਸੇ ਜੇ ਬੈਕ ਟੂ ਲੋਕਾਂ ਦੇ ਪੈਨਿਕ ਦੇ ਉੱਪਰ ਗੱਲ ਕਰੀਏ, ਹਿਊਮਨ ਨੇਚਰ ਹੈ ਸਾਡਾ ਕਿ ਜਦੋਂ ਕਿਸੇ ਚੀਜ਼ ਦੇ ਉੱਪਰ ਕਮੀ ਲੱਗਦੀ ਹੈ ਤਾਂ ਅਸੀਂ ਸਟਾਕ ਪਾਈਲਿੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਅਸੀਂ ਆਪਣੇ ਘਰ ਭਰ ਲਈਏ, ਪਰ ਇਹ ਵੀ ਸਾਨੂੰ ਸੋਚਣਾ ਚਾਹੀਦਾ ਹੈ ਕਿ ਯੂ ਆਰ ਨਾਟ ਦਾ ਓਨਲੀ ਵਨ। ਬਹੁਤ ਸਾਰੇ ਲੋਕ ਨੇ ਜਿਹੜੇ ਸੇਮ ਸਿਚੁਏਸ਼ਨ ਦੇ ਵਿੱਚ ਨੇ, ਜਿਵੇਂ ਤੁਸੀਂ ਕਿਹਾ ਕਿ ਸਟੇਪਲ ਫੂਡ ਹੈ, ਕਈ ਘਰਾਂ ਦੇ ਵਿੱਚ ਦੁਪਹਿਰ ਦਾ ਖਾਣਾ ਹੀ ਚਾਵਲਾਂ ਦਾ ਹੁੰਦਾ ਹੈ। ਸੋ ਇਸ ਕਰਕੇ ਸਾਨੂੰ ਇਹ ਵਾਲਾ ਮਾਈਂਡਸੈਟ ਹਟਾਉਣਾ ਪਵੇਗਾ ਜੇ ਅਸੀਂ ਸਾਰਿਆਂ ਦਾ ਭਲਾ ਕਰਨਾ ਹੈ। ਇਹ ਲੋਕਾਂ ਦੇ ਬਿਹੇਵੀਅਰ ਕਰਕੇ ਬਲੈਕ ਮਾਰਕੀਟ ਪੈਦਾ ਹੁੰਦੀ ਹੈ, ਆਲਰੇਡੀ ਦਾਮ ਵੱਧ ਵੀ ਚੁੱਕੇ ਨੇ। ਐਟ ਦ ਸੇਮ ਟਾਈਮ ਇੱਕ ਤੁਸੀਂ ਇਸ਼ਤਿਹਾਰ ਵੀ ਮੈਂ ਦੇਖ ਰਿਹਾ ਸੀਗਾ ਵੀ ਕੋਈ ਪ੍ਰਾਪਰਟੀ ਲੈਣੇ ਹੋ ਨਾ 3 ਬੈਗ ਚੌਲਾਂ ਦੇ ਦਵਾਂਗੇ ਐਜ਼ ਏ ਬੋਨਸ ਕਹਿ ਲਓ ਤੁਸੀਂ ਵੀ ਪ੍ਰਾਪਰਟੀ ਦੇ ਨਾਲ ਇਹ ਜਿਹੀ ਵੀ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇਗੀਆਂ। ਬਟ ਜਿਵੇਂ ਤੁਸੀਂ ਕਿਹਾ ਵੀ ਇੰਡੀਆ ਨੇ ਜੋ ਫੈਸਲਾ ਲਿਆ ਸਹੀ ਲਿਆ, ਕਿਉਂਕਿ ਉਹਨਾਂ ਨੇ ਪਹਿਲਾਂ ਆਪਦਾ ਘਰ ਜੇ ਤੁਹਾਡਾ ਮਜ਼ਬੂਤ ਹੋਊਗਾ ਫਿਰ ਹੀ ਤੁਸੀਂ ਬਾਹਰ ਕਿਸੇ ਦੀ ਮਦਦ ਕਰ ਸਕਦੇ ਹੋ। 40% ਹਿੱਸਾ ਰਾਈਸ ਦਾ ਇੰਡੀਆ ਐਕਸਪੋਰਟ ਕਰਦਾ ਵਰਲਡ ਨੂੰ। ਤਾਂ ਜੇ ਸਰਕਾਰ ਨੇ ਗੱਲ ਵੀ ਦੇਖੀ ਹੈ ਜੇ ਬਾਈ ਚਾਂਸ ਓਪਨ ਮਾਰਕੀਟ ਦੇ ਅੰਦਰ ਕਮੀ ਹੋ ਜਾਂਦੀ ਹੈ ਰਾਈਸ ਦੀ ਤਾਂ ਉਹਨਾਂ ਕੋਲੇ ਉਨਾ ਕੁ ਸਟਾਕ ਹੋਵੇ ਤਾਂ ਕਿ ਉਹ ਫਟਾਫਟ ਓਪਨ ਮਾਰਕੀਟ 'ਚੋਂ ਸਟਾਕ ਨੂੰ ਡੰਪ ਕਰ ਦੇਣ ਤਾਂ ਕਿ ਉਹਦੇ ਰੇਟ ਨਾ ਵਧਣ, ਉਹ ਸਥਿਰ ਰਵੇ। ਜੇ ਮਾੜਾ ਮੋਟਾ ਹਾਈਕ ਆਵੇ ਜ਼ਿਆਦਾ ਨਾ ਆਵੇ ਤਾਂ ਕਿ ਲੋਕਾਂ ਨੂੰ ਬਹੁਤ ਵੱਡੀ ਮਾਰ ਝੱਲਣੀ ਪਵੇ। ਆਲਰੇਡੀ ਪੈਟਰੋਲ ਬਹੁਤ ਮਹਿੰਗਾ, ਡੀਜ਼ਲ ਬਹੁਤ ਮਹਿੰਗਾ ਇੰਡੀਆ 'ਚ, ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸਬਜ਼ੀਆਂ ਦੇ ਰੇਟ ਮਹਿੰਗੇ ਹੋ ਰਹੇ ਨੇ ਤੇ ਜੇ ਹੁਣ ਰਾਈਸ ਵੀ ਮਹਿੰਗਾ ਹੋ ਗਿਆ ਤਾਂ ਸਰਕਾਰ ਵਾਸਤੇ ਪੋਲੀਟੀਕਲੀ ਇਹਦੇ ਰੈਪਰਕਸ਼ਨਸ ਬਹੁਤ ਜ਼ਿਆਦਾ ਹੋਣਗੇ। ਨਾਲੇ ਹਰ ਇੱਕ ਦੇਸ਼ ਚਾਹੇ US ਲੈ ਲਓ, ਕੈਨੇਡਾ ਲੈ ਲਓ, UK ਲੈ ਲਓ ਜਾਂ ਆਸਟ੍ਰੇਲੀਆ ਲੈ ਲਓ, ਚਾਈਨਾ ਲੈ ਲਓ, ਰਸ਼ੀਆ ਲੈ ਲਓ, ਆਪਣਾ ਪਹਿਲਾਂ ਹਿੱਤ ਦੇਖ ਕੇ ਉਹ ਫੈਸਲੇ ਲੈਂਦੇ ਨੇ। ਤੇ ਫਰਾਂਸ ਲੈ ਲਓ, ਜੇ ਇੰਡੀਆ ਨੇ ਇਹ ਗੱਲ ਕੀਤੀ ਹੈ ਤਾਂ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਆਲਰੇਡੀ ਉੱਥੇ ਫਲੱਡਸ ਆਏ ਹੋ, ਜੇ ਫਲੱਡਸ ਨਾ ਆਏ ਹੁੰਦੇ ਤਾਂ ਸਿਚੁਏਸ਼ਨ ਹੋਰ ਹੋਣੀਆਂ ਸੀ। ਬਟ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਪੰਜਾਬ ਤੇ ਹਰਿਆਣਾ ਕਿੰਨਾ ਇੰਪੋਰਟੈਂਟ ਹੈ। ਕੱਲੇ ਇੰਡੀਆ ਵਾਸਤੇ ਨਹੀਂ, ਉਹ ਸਟੇਟਾਂ ਦੇ ਉੱਤੇ ਸਾਰਾ ਵਰਲਡ ਨਿਰਭਰ ਕਰਦਾ ਹੈ। ਜੇ ਉਹ ਸਟੇਟਾਂ 'ਚ ਕੋਈ ਖਰਾਬ ਹੋ ਜਾਂਦੀਆਂ ਨੇ ਜਾਂ ਉੱਥੇ ਸਟੇਬਲਾਈਜੇਸ਼ਨ ਨਹੀਂ ਹੁੰਦੀ ਜਾਂ ਫਸਲ ਤਬਾਹ ਹੋ ਜਾਂਦੀ ਹੈ ਤਾਂ ਸਾਰੇ ਵਰਲਡ ਤੇ ਇਫੈਕਟ ਪੈਂਦਾ ਹੈ। ਤਾਂ ਇਹ ਗੱਲ ਵੀ ਸਾਨੂੰ ਸਮਝਣੀ ਚਾਹੀਦੀ ਹੈ। ਉਸ ਤਰ੍ਹਾਂ ਸਾਨੂੰ ਆਪਣੇ ਜਿਹੜੇ ਇਹ ਸੂਬਿਆਂ ਦੇ ਕਿਸਾਨ ਹੈ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਕਮਰਸ਼ੀਅਲਾਈਜੇਸ਼ਨ ਹੋਵੇ, ਬਿਲਕੁਲ ਹੋਵੇ, ਉਹਨਾਂ ਨੂੰ ਬਣਦਾ ਮੁੱਲ ਮਿਲਣਾ ਚਾਹੀਦਾ ਹੈ। ਜੋ ਉਹਨੀਆਂ ਡਿਮਾਂਡਸ ਹੈ ਪਹਿਲ ਦੇ ਆਧਾਰ ਤੇ ਉਹ ਦੇਖੀਆਂ ਜਾਣੀਆਂ ਚਾਹੀਦੀਆਂ। ਦੇਖੋ ਆਪਾਂ ਆਮ ਤੌਰ ਤੇ ਅਸੀਂ ਰੋਜ਼ ਹੀ ਦੇਖਦੇ ਹਾਂ ਕਿਸਾਨ ਧਰਨਾ ਲਾ ਰਹੇ ਨੇ, ਕਿਸਾਨਾਂ ਦੀਆਂ ਫਲਾਣੇ ਮੰਤਰੀ ਤੋਂ ਟਾਈਮ ਮੰਗ ਰਹੇ ਨੇ, ਸੀਐਮ ਤੋਂ ਟਾਈਮ ਮੰਗ ਰਹੇ, ਸੀਐਮ ਟਾਈਮ ਨਹੀਂ ਦੇ ਰਿਹਾ, ਜਾਂ ਹੋਰ ਉਹ ਇਲੈਕਸ਼ਨਾਂ 'ਚ ਵੀ ਖੜੇ ਹੋਏ, ਉਹਨਾਂ ਜਿਸ ਤਰ੍ਹਾਂ ਦਾ ਹਸ਼ਰ ਹੋਇਆ। ਬਟ ਉਹਨਾਂ ਦੀ ਕਦਰ ਹੋਣੀ ਚਾਹੀਦੀ ਹੈ ਪ੍ਰੋਪਰਲੀ ਨਾ, ਕਿਉਂਕਿ ਕੰਜ਼ਿਊਮਰ ਜਦੋਂ ਆਵਾਜ਼ ਚੱਕਦਾ ਹੈ ਤਾਂ ਸਰਕਾਰ ਫਟਾਫਟ ਨੋਟ ਲੈਂਦੀ ਹੈ ਕਿਉਂਕਿ ਉਹ ਵੋਟਾਂ ਨੇ। ਪਰ ਜਦੋਂ ਕਿਸਾਨਾਂ ਦੀ ਇੱਕ ਧਿਰ ਆਵਾਜ਼ ਚੱਕਦੀ ਹੈ ਉਹ ਕਈ ਵਾਰ ਉਹਨੂੰ ਪੋਲੀਟੀਕਲ ਬਣਾ ਦਿੱਤਾ ਜਾਂਦਾ ਹੈ, ਉਹ ਆਵਾਜ਼ ਵਿੱਚ ਹੀ ਗੁੰਮ ਹੋ ਜਾਂਦੀ ਹੈ ਅੰਮ੍ਰਿਤ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸਾਨਾਂ ਦੀ ਕਦਰ ਪਾਈਏ, ਕਿਉਂਕਿ ਜੇ ਅੱਜ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਤਾਂ ਉਹਨਾਂ ਦੀ ਜਿਹੜੀ ਫਸਲ ਫਿਰ ਤੋਂ ਠੀਕ ਕਰਨ 'ਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਵੱਧ ਚੜ੍ਹ ਕੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਕਿ ਕਿਸਾਨ ਫਿਰ ਤੋਂ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਜਿਹੜਾ ਵਰਲਡ ਹੈ ਉਹ ਵੀ ਸਟੇਬਲ ਹੋਵੇ। ਤੇ ਬਿਲਕੁਲ ਇਸ ਦੇ ਨਾਲ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ
ਇੱਕਦਮ ਆਪਾਂ ਉਨੀ ਚੀਜ਼ ਖਰੀਦੀਏ ਜਿੰਨੀ ਸਾਨੂੰ ਜ਼ਰੂਰਤ ਹੈ। ਹਾਂ, ਜ਼ਰੂਰਤ ਹਰ ਕਿਸੇ ਨੂੰ ਇਹ ਲੱਗਦਾ ਹੁੰਦਾ ਹੈ ਕਿ ਹਾਂ ਵੀ ਮੈਨੂੰ ਇੱਕ ਤਾਂ ਬਾਰ-ਬਾਰ ਨਾ ਆਉਣਾ ਪਵੇ ਤੇ ਦੂਜੀ ਵਾਰ ਮੈਨੂੰ ਸ਼ਾਇਦ ਮਿਲੇ ਨਾ ਮਿਲੇ, ਤੇ ਉਸ ਚੱਕਰ ਦੇ ਵਿੱਚ ਅਸੀਂ ਹਮੇਸ਼ਾ ਇਹ ਚੀਜ਼ ਕਰਦੇ ਹਾਂ ਕਿ ਸਟਾਕ ਪਾਈਲਿੰਗ ਕਰਦੇ ਹਾਂ, ਪਰ ਉਹ ਜ਼ਰੂਰੀ ਨਹੀਂ ਹੈ। ਅਸੀਂ ਸਾਰਿਆਂ ਦਾ ਖਿਆਲ ਰੱਖੀਏ ਕਿਉਂਕਿ ਸਾਰੀ ਕਮਿਊਨਿਟੀ ਨੂੰ ਪ੍ਰਭਾਵ ਪੈਂਦਾ ਹੈ ਜਦੋਂ ਕੋਈ ਚੀਜ਼ ਡਿਸਕੰਟੀਨਿਊ ਹੁੰਦੀ ਹੈ ਜਾਂ ਜਦੋਂ ਕਿਸੇ ਚੀਜ਼ ਦੀ ਕਮੀ ਹੁੰਦੀ ਹੈ। ਤੇ ਬਾਕੀ ਸ਼ੁਭਕਰਮਨ, ਬਹੁਤ ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਅੰਮ੍ਰਿਤ। ਧੰਨਵਾਦ।